ਸਤਨਾਮ ਸ੍ਰੀ ਵਾਹਿਗੁਰੂ ਜੀ। ਏ ਚਤੁਰਬਾਹੁ ਅਸ਼ਟਾਕਰੀ, ਨਾਰ ਸਿੰਘ ਜਹ ਕੇ ਭੇਸ। ਪ੍ਰਹਿਲਾਦ ਉਬਾਰਿਓ ਦੁਖ ਹਰਿਓ, ਹਰਨਾਕਸ ਹਰਿਓ ਨਰੇਸ। ਵਿਸ਼ਵਾਮਿਤ੍ਰ ਵਾਚ ਸਵਈਆ, ਰਾਮ ਸੋ ਬਾਤ ਕਹੀ ਰੇਖ ਰਾਜ। ਤਪੋਬਨ ਜੋ ਤੁਮ ਆਜ ਹੀ ਹੇਰੋ। ਵਿਸ਼ਵਾਮਿਤਰ ਮਹਾਰਾਜ ਨੇ ਰਾਮ ਜੀ ਨੂੰ ਕਿਹਾ ਹੈ ਕਿ ਹੇ ਰਾਮ ਜੀ, ਹੇ ਲਕਸ਼ਮਣ ਜੀ, ਤੁਸੀਂ ਸਾਡੇ ਨਾਲ ਤਪੋਬਨ ਦੇ ਵਿੱਚ ਆਓ ਤੇ ਉੱਥੇ ਜਾ ਕਰਕੇ ਰਾਖਸ਼ਾਂ ਦਾ ਵੱਧ ਕਰੋ ਜਿਨ੍ਹਾਂ ਨੇ ਸਾਨੂੰ ਤੰਗ ਕੀਤਾ ਹੋਇਆ ਹੈ। ਏਦੋ ਗੈਲ ਸੁਨੇ ਸੁਤ ਸੁੰਦਰ, ਏਕ ਤੇ ਦੂਰ ਹੈ ਏਕ ਤੇ ਨੇਰੋ। ਜਿਹੜੇ ਦੋ ਸੁੰਦਰ ਸਰੂਪ ਦੇ ਸੁਪੁੱਤਰ ਨੇ ਰਾਜਾ ਦਸ਼ਰਥ ਜੀ ਦੇ, ਇਹਨਾਂ ਦੋਨਾਂ ਨੇ ਇਹ ਗੱਲ ਵਿਸ਼ਵਾਮਿਤਰ ਜੀ ਦੀ ਕਬੂਲ ਕੀਤੀ ਹੈ। ਤੇ ਏਕ ਤੇ ਦੂਰ ਹੈ, ਤੇ ਹੁਣ ਰਾਜਾ ਦਸ਼ਰਥ ਜੀ ਤੋਂ ਦੂਰ ਚੱਲੇ ਨੇ। ਏਕ ਤੇ ਨੇਰੋ, ਤੇ ਵਿਸ਼ਵਾਮਿਤਰ ਜੀ ਜਿਹੜੇ ਪਿਤਾ ਸਮਾਨ ਰਿਸ਼ੀ ਨੇ, ਉਹਨਾਂ ਦੇ ਵਿਦਿਆ ਦਾਤੇ ਨੇ, ਉਹਨਾਂ ਦੇ ਨਾਲ ਚੱਲੇ ਨੇ। ਏਕ ਪਿਸਾਚਨ ਹੈ ਇਹ ਬੀਚ, ਚਲੋ ਕਿਨ ਤਾਤ ਕਰੋ ਭਟ ਭੇਰੋ। ਵਿਸ਼ਵਾਮਿਤਰ ਜੀ ਕਹਿ ਰਹੇ ਨੇ ਕਿ ਇੱਕ ਪਿਸਾਚਨੀ ਰਹਿੰਦੀ ਹੈ ਜਿਹਦਾ ਨਾਮ ਤਾਰਕਾ ਹੈ। ਉਹਨੇ ਇਸ ਜੰਗਲ ਦੇ ਵਿੱਚ ਬੜਾ ਤੰਗ ਕੀਤਾ ਹੋਇਆ ਹੈ ਰਿਸ਼ੀਆਂ ਨੂੰ। ਚਲੋ ਕਿਨ ਤਾਤ ਕਰੋ ਭਟ ਭੇਰੋ। ਤੁਸੀਂ ਦੋਨੋਂ ਸੂਰਮੇ ਹੋ, ਜੰਗ ਦੀ ਨੀਤੀ ਨੂੰ ਜਾਣਨ ਵਾਲੇ ਹੋ, ਤੇ ਇਸ ਕਰਕੇ ਆਪ ਜੀ ਨੇ ਇਹਨਾਂ ਪਿਸਾਚਨਾਂ ਦਾ ਤੇ ਰਾਖਸ਼ਾਂ ਦਾ ਵੱਧ ਕਰਨਾ ਹੈ। ਤਾਂ ਕੁਲ ਕਾਨਨ ਕੋ ਹਮ ਪਾਵਕ, ਵੀਰ ਸਮੀਰ ਸਹਾਇਕ ਮੇਰੋ। ਕਹਿੰਦੇ ਨੇ ਇਸ ਜੰਗਲ ਦੇ ਵਿੱਚ ਜਿਵੇਂ ਇੱਕ ਅੱਗ ਲੱਗੀ ਹੋਈ ਹੈ। ਇਹਨਾਂ ਨੇ ਇੰਨਾ ਤੰਗ ਕੀਤਾ ਹੋਇਆ ਹੈ ਰਿਸ਼ੀਆਂ ਨੂੰ, ਤੇ ਆਪ ਜੀ ਵੀਰ ਸਮੀਰ ਵਰਗੇ ਹੋ, ਇਹੋ ਜਿਹੇ ਪਵਨ ਦੇ ਝੋਕੇ ਵਰਗੇ ਹੋ ਜੋ ਵੱਡੀ ਤੋਂ ਵੱਡੀ ਅਗਨੀ ਨੂੰ ਸ਼ਾਂਤ ਕਰਨ ਵਾਲੇ ਹੋ। ਸੋ ਆਪ ਜੀ ਦੇ ਸ਼ਰਨ ਦੇ ਵਿੱਚ ਹਾਂ, ਆਪ ਜੀ ਤੋਂ ਸਹਾਇਕ ਮੰਗਦੇ ਹਾਂ, ਸਹਾਇਤਾ ਅਸੀਂ ਮੰਗਦੇ ਹਾਂ। ਕਬਿਤ ਰਾਜ ਰਿਖ ਜਗ ਮਿਸ ਲੈ ਚਲਿਓ, ਲਵਾਏ ਸੰਗ ਗੈਲ ਹੀ ਮੈਂ ਤਾਰਕਾ ਕੇ ਪ੍ਰਾਨ ਪਧਰਾਏ ਹੈ। ਕਹਿੰਦੇ ਨੇ ਕਿ ਇਸ ਜੰਗਲ ਦੇ ਵਿੱਚ ਚੱਲਦੇ ਹੋਏ, ਤਪੋਬਨ ਵੱਲ ਚੱਲਦੇ ਹੋਏ, ਰਾਮ ਜੀ ਤੇ ਲਕਸ਼ਮਣ ਜੀ ਵਿਸ਼ਵਾਮਿਤਰ ਜੀ ਦੇ ਨਾਲ ਸੰਵਾਦ ਕਰਦੇ ਨੇ, ਵਿਚਾਰ ਕਰਦੇ ਨੇ ਕਿ ਇਹਨਾਂ ਦਾ ਕਿਵੇਂ ਖਾਤਮਾ ਕਰਨਾ ਹੈ। ਤੇ ਨਾਲ ਨਾਲ ਵਿਸ਼ਵਾਮਿਤਰ ਜੀ ਉਹਨਾਂ ਨੂੰ ਜੰਗ ਦੀ ਨੀਤੀ ਵੀ ਦੱਸੀ ਜਾਂਦੇ ਨੇ, ਕਈ ਮੰਤਰਾਂ ਦਾ ਜਾਪ ਵੀ ਦੱਸਦੇ ਨੇ ਜਿਹਦੇ ਨਾਲ ਗੁਪਤ ਸ਼ਕਤੀਆਂ ਸਹਾਇਕ ਹੁੰਦੀਆਂ ਨੇ। ਤੇ ਇਹ ਗੱਲ ਕਰਦੇ ਕਰਦੇ ਹੀ ਇਹ ਪਿਸਾਚਨੀ ਪ੍ਰਗਟ ਹੋ ਜਾਂਦੀ ਹੈ ਜਿਹਦਾ ਨਾਮ ਹੈ ਤਾਰਕਾ। ਵਹਿ ਜਗ ਪੂਰਨ ਸੋ ਪਰਮਾਨੰਦ ਪੂਰਨ, ਇਹ ਪੂਰਨ ਨਹਿ ਤੇਈ ਜੇਵੈ ਰਾਮ ਬਿਸਰਾਏ ਹੈ। ਕਹਿੰਦੇ ਨੇ ਉਹ ਜਗ ਕਿਵੇਂ ਪੂਰਨ ਹੋ ਸਕਦਾ ਹੈ। ਸਾਡਾ ਜਗ, ਵਿਸ਼ਵਾਮਿਤਰ ਜੀ ਕਹਿ ਰਹੇ ਨੇ, ਇਸੇ ਕਰਕੇ ਨਹੀਂ ਪੂਰਨ ਹੋ ਰਿਹਾ ਸੀ ਕਿ ਪਰਮਾਨੰਦ ਪੂਰਨ ਰੂਪ ਜਿਹੜੇ ਨੇ ਰਾਮਚੰਦਰ ਜੀ ਮਹਾਰਾਜ ਸਾਡੇ ਜਗ ਦੇ ਵਿੱਚ ਸ਼ਾਮਿਲ ਹੀ ਨਹੀਂ ਹੋਏ। ਤੇ ਜਦ ਤੱਕ ਆਪ ਜੀ ਸ਼ਾਮਿਲ ਨਹੀਂ ਹੁੰਦੇ ਤਦ ਤੱਕ ਸਾਡਾ ਜਗ ਸੰਪੂਰਨ ਨਹੀਂ ਹੋ ਸਕਦਾ। ਤੇ ਜਿੱਥੇ ਆਪ ਜੀ ਨਹੀਂ ਹੋ, ਜਿੱਥੇ ਆਪ ਜੀ ਨੂੰ ਕੋਈ ਭੁੱਲ ਜਾਂਦਾ ਹੈ, ਰਾਮ ਦੇ ਨਾਮ ਨੂੰ ਕੋਈ ਭੁੱਲ ਜਾਂਦਾ ਹੈ, ਅਕਾਲ ਪੁਰਖ ਦੇ ਨਾਮ ਨੂੰ ਕੋਈ ਭੁੱਲ ਜਾਂਦਾ ਹੈ, ਤੇਈ ਜਿਵੇਂ ਰਾਮ ਬਿਸਰਾਏ ਹੈ, ਉਹਨਾਂ ਦਾ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਦਾ। ਸੰਕਟ ਹਰਨ ਹਾਰ ਦਸ਼ਰਥ ਕੇ ਕੁਮਾਰ, ਜਾਂ ਕੀ ਲਾਜ ਛਾਹੇ ਲੋਕ ਚਾਰੋ ਜੁਗ ਗਾਏ ਹੈ। ਕਹਿੰਦੇ ਨੇ ਆਪ ਜੀ ਤੋਂ ਸਾਰਿਆਂ ਦੇ ਸੰਕਟਾਂ ਨੂੰ ਹਰਨ ਵਾਲੇ ਹੋ, ਦਸ਼ਰਥ ਰਾਜਾ ਦੇ ਗਲ ਦੇ ਹਾਰ ਹੋ। ਆਪ ਜੀ ਕੁਮਾਰ ਭਾਵ ਜਵਾਨੀ ਦੇ ਵਿੱਚ ਹੋ। ਜਾਂ ਕੀ ਲਾਜ ਚਾਹੇ ਲੋਕ ਚਾਰੋ ਯੁਗ ਛਾਏ ਹੈ, ਚਾਰੋ ਯੁਗ ਗਾਏ ਹੈ। ਚਾਰਾਂ ਯੁੱਗਾਂ ਦੇ ਵਿੱਚ ਜੋ ਆਪ ਜੀ ਦੀ ਉਪਮਾ ਹੈ ਉਹ ਭਰਪੂਰ ਹੈ, ਸਾਰੇ ਜਾਣਦੇ ਨੇ। ਆਏ ਵੀਰ ਵੀਰਤਾ ਪਿਸਾਚਨ ਕੀ ਤੀਰ ਦੇਖੋ, ਆਜ ਰਘੁਬੀਰ ਪਦ ਸੂਰਨ ਕੇ ਪਾਏ ਹੈ।
ਕਹਿੰਦੇ ਨੇ ਵਿਸ਼ਵਾਮਿਤਰ ਜੀ ਕਿ ਅੱਜ ਉਹ ਦਿਨ ਆ ਗਿਆ ਹੈ ਜਿੱਥੇ ਆਪ ਜੀ ਵਰਗੇ ਜਿਹੜੇ ਸੂਰਮੇ ਨੇ ਉਹ ਵੀਰਤਾ ਦਾ ਪ੍ਰਦਰਸ਼ਨ ਕਰਨਗੇ। ਅੱਜ ਇੱਥੇ ਆਪ ਜੀ ਤਾਰਕਾ ਦਾ ਵੱਧ ਕਰਕੇ ਵੀਰਤਾ ਦਾ ਪ੍ਰਦਰਸ਼ਨ ਕਰੋਗੇ। ਅੱਜ ਤੋਂ ਆਪ ਜੀ ਦਾ ਜਿਹੜਾ ਸ਼ਸਤਰ ਚਲਾਉਣ ਦਾ ਜੋ ਸਮਾਂ ਹੈ ਉਹ ਸ਼ੁਰੂ ਹੋ ਜਾਵੇਗਾ। ਸਵਈਆ ਦ੍ਰਿਗ ਸ੍ਰੀ ਰਘੁਰਾਜ ਨਿਹਾਰ ਨਿਸਾਚਰ ਰੋਕ ਰਹੀ ਮਗ ਕ੍ਰੋਧ ਭਰੀ। ਸੋ ਇਹ ਜਦ ਸੰਵਾਦ ਕਰ ਰਹੇ ਸੀਗੇ ਵਿਸ਼ਵਾਮਿਤਰ ਜੀ ਦੇ ਨਾਲ ਰਾਮ ਜੀ ਤੇ ਲਕਸ਼ਮਣ ਜੀ, ਇਹ ਸਾਰੀ ਗੱਲਾਂ ਸੁਣਦੇ ਹੋਏ ਜਿਹੜੀ ਪਿਸ਼ਾਚਨੀ ਸੀ ਉਹ ਉੱਠ ਕਰਕੇ ਉਹਨੇ ਬੜਾ ਰੌਲਾ ਪਾਇਆ ਤੇ ਇਹੋ ਜਿਹੀ ਹਵਾ ਚਲਾਈ ਜਿਹਦੇ ਕਰਕੇ ਪੱਥਰ ਵੀ ਉੱਡਣ ਲੱਗ ਪਏ। ਸੋ ਜਦ ਰਾਮ ਜੀ ਨੂੰ ਇਸ ਪਿਸ਼ਾਚਨੀ ਨੇ ਦੇਖਿਆ ਤੇ ਇਹਦੇ ਅੱਖਾਂ ਦੇ ਵਿੱਚ ਕ੍ਰੋਧ ਉਤਰ ਆਇਆ ਹੈ, ਕਿਉਂਕਿ ਇਹਨੇ ਜਾਣ ਲਿਆ ਕਿ ਮੇਰੀ ਜਿਹੜੀ ਮੌਤ ਹੈ ਉਹ ਸਾਹਮਣੇ ਆ ਗਈ ਹੈ ਤੇ ਮੈਂ ਕੋਈ ਨਾ ਕੋਈ ਉਪਾਅ ਕਰਾਂ ਜਿਹਦੇ ਨਾਲ ਮੈਂ ਆਪਣਾ ਬਚਾਵ ਕਰ ਸਕਾਂ। ਤਰ ਭਿਆਨਕ ਰੂਪ ਮਹਾ ਅਤ ਦੀਰਘ ਬਾਤ ਕਛੂ ਮੁਖ ਤੇ ਉਚਾਰੀ। ਤੇ ਇਹਨੇ ਇੱਕ ਬਹੁਤ ਹੀ ਭਿਆਨਕ ਸ਼ਬਦ ਆਪਣੇ ਮੂੰਹ ਚੋਂ ਕੱਢਿਆ ਹੈ, ਹਾਹਾਕਾਰ ਕੀਤੀ ਹੈ। ਤਰ ਭਿਆਨਕ ਰੂਪ, ਵੱਡਾ ਰੂਪ ਇਹਨੇ ਲੈ ਲਿਆ, ਰਿੱਧੀਆਂ ਸਿੱਧੀਆਂ ਇਹਨੂੰ ਹਾਸਿਲ ਸੀ। ਮਹਾ ਅਤ ਦੀਰਘ, ਬਹੁਤ ਵੱਡਾ, ਬਹੁਤ ਵਿਸ਼ਾਲ ਤੇ ਡਰਾਵਣਾ ਰੂਪ ਇਸ ਪਿਸਾਚਨੀ ਨੇ ਆਪਣਾ ਬਣਾਇਆ ਹੈ। ਪ੍ਰਭ ਲੈ ਕਰ ਬਾਨ ਕਮਾਨ ਕੁਤਾਨ ਹਨਿਓ ਤਹਿ ਭਾਲ ਸੋ ਭੂਮ ਗਿਰੀ। ਰਾਮ ਜੀ ਨੇ ਆਪਣੇ ਕਮਾਨ ਦੇ ਉੱਤੇ ਤੀਰ ਨੂੰ ਸਜਾ ਕਰਕੇ ਉਹਨੂੰ ਤਣ ਕਰਕੇ ਇਸ ਪਿਸਾਚਨੀ ਦੇ ਛਾਤੀ ਦੇ ਵਿੱਚ ਮਾਰਿਆ ਹੈ। ਹਨਿਓ ਤਹਿ ਭਾਲ ਸੋ ਭੂਮ ਗਿਰੀ। ਜਦੋਂ ਇਸ ਨੂੰ ਤੀਰ ਲੱਗਿਆ ਹੈ ਤੇ ਝੂਮ ਕਰਕੇ ਇਹ ਧਰਤੀ ਦੇ ਉੱਤੇ ਇਸ ਤਰੀਕੇ ਨਾਲ ਡਿੱਗੀ ਹੈ ਜਿਵੇਂ ਕੋਈ ਵੱਡਾ ਦਰਖਤ ਧਰਤੀ ਦੇ ਉੱਤੇ ਡਿੱਗਦਾ ਹੋਵੇ ਤੇ ਧਰਤੀ ਕੰਬ ਉੱਠਦੀ ਹੈ। ਇਸ ਤੋਂ ਪਹਿਲਾਂ ਵਿਚਾਰ ਰਾਮ ਜੀ ਵਿਸ਼ਵਾਮਿਤਰ ਜੀ ਦੇ ਨਾਲ ਕਰਦੇ ਨੇ ਕਿ ਹੇ ਵਿਦਿਆ ਦਾਤੇ ਵਿਸ਼ਵਾਮਿਤਰ ਜੀ ਮਹਾਰਾਜ, ਤੁਸੀਂ ਸਾਡੇ ਪਿਤਾ ਵਰਗੇ ਹੋ ਤੇ ਧਰਮ ਗ੍ਰੰਥਾਂ ਦੇ ਵਿੱਚ ਅਸੀਂ ਇਹ ਗੱਲ ਪੜ੍ਹੀ ਹੈ ਕਿ ਕੋਈ ਵੀ ਨਾਰੀ ਦੇ ਉੱਤੇ ਕੋਈ ਵੀ ਜਿਹੜਾ ਹੈ ਸ਼ਸਤਰ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਹ ਛਤਰੀ ਧਰਮ ਦੇ ਖਿਲਾਫ ਹੈ। ਪਰ ਜਿਹੜੀ ਪਿਸਾਚਨੀ ਹੈ ਇਹ ਇਸਤਰੀ ਹੈ ਤੇ ਅਸੀਂ ਇਹਦੇ ਨਾਲ ਕਿਵੇਂ ਜੰਗ ਕਰੀਏ। ਤੇ ਉਸ ਵੇਲੇ ਸਾਰੇ ਸ਼ਾਸਤਰਾਂ ਦੇ ਗਿਆਤੇ ਵਿਸ਼ਵਾਮਿਤਰ ਜੀ ਮਹਾਰਾਜ ਨੇ ਇਹ ਗੱਲ, ਜਿਹੜਾ ਤੱਤ ਸਾਰ ਹੈ ਸ਼ਾਸਤਰਾਂ ਦਾ, ਉਹ ਰਾਮ ਜੀ ਨੂੰ ਸੁਣਾਉਣਾ ਕੀਤਾ ਹੈ ਤੇ ਕਿਹਾ ਹੈ ਰਾਮ, ਜਿੱਥੇ ਕੋਈ ਇਸਤਰੀ ਹੋਵੇ ਤੇ ਉਹ ਚੰਗੇ ਕਰਮ ਕਰਨ ਵਾਲੀ ਹੋਵੇ, ਉਹਦਾ ਨਾ ਕਦੇ ਮੂੰਹ ਫਿਟਕਾਰਨਾ ਚਾਹੀਦਾ ਹੈ ਤੇ ਨਾ ਉਹਦੇ ਕਦੇ ਸ਼ਸਤਰਾਂ ਦਾ ਵਾਰ ਕਰਨਾ ਚਾਹੀਦਾ ਹੈ, ਨਾ ਉਹਨੂੰ ਬੁਰਾ ਭਲਾ ਕੁਛ ਕਹਿਣਾ ਚਾਹੀਦਾ ਹੈ। ਪਰ ਜਿੱਥੇ ਕੋਈ ਇਸਤਰੀ ਅਧਰਮ ਦੇ ਰਾਹ 'ਤੇ ਤੁਰ ਪਵੇ ਤੇ ਬਹੁਤ ਗਿਣਤੀ ਦੇ ਵਿੱਚ ਲੋਕਾਂ ਦਾ ਨੁਕਸਾਨ ਕਰਦੀ ਹੋਵੇ, ਉਹ ਪਿਸਾਚਨੀ ਰੂਪ ਹੁੰਦੀ ਹੈ, ਉਹ ਰਾਖਸ਼ਸਨੀ ਰੂਪ ਹੁੰਦੀ ਹੈ। ਸੋ ਉਹਦਾ ਵਧ ਕਰਨ ਦੇ ਵਿੱਚ ਧਰਮ ਦੇ ਵਿੱਚ ਵਾਧਾ ਹੁੰਦਾ ਹੈ। ਸੋ ਇਸ ਕਰਕੇ ਆਪ ਜੀ ਨਿਸ਼ਚਿੰਤ ਹੋ ਕਰਕੇ ਇਸ ਦਾ ਵਧ ਕਰੋ। ਕਰ ਕਾਲ ਪਇਓ ਰਘੁਨੰਦਨ ਕੇ ਸੋ ਛਿਨ ਕੇ ਬਿਖੇ ਭਵ ਸਿੰਧ ਤਰੀ। ਕਿਉਂਕਿ ਇਹ ਜੋ ਤਾਰਕਾ ਸੀ ਇਹ ਪਹਿਲਾਂ ਬਹੁਤ ਹੀ ਸੁੰਦਰ ਰੂਪ ਦੇ ਵਿੱਚ ਹੁੰਦੀ ਸੀ। ਇਹਨੂੰ ਰਿਸ਼ੀ ਅਗਸਤ ਮੁਨੀ ਜੀ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਸੀਗਾ ਇਹਨਾਂ ਦੇ ਕਰਮਾਂ ਕਰਕੇ। ਸੋ ਜਦ ਇਹਨਾਂ ਦਾ ਵਧ ਰਾਮ ਜੀ ਨੇ ਆਪਣੇ ਤੀਰਾਂ ਦੇ ਨਾਲ ਕੀਤਾ ਹੈ, ਸੋ ਉਸ ਵੇਲੇ ਕਰਕਾਲ ਪਇਓ ਰਘੁਨੰਦਨ ਕੇ ਸੋ ਛਿਨ ਕੇ ਬਿਖੇ ਭਵ ਸਿੰਧ ਤਰੀ। ਬਹੁਤ ਇਹਨੇ ਇੱਕ ਸੁੰਦਰ ਸਰੂਪ ਧਾਰਿਆ। ਇਹਨਾਂ ਅੰਤਾਕਰਨ ਜਿਹੜਾ ਸਰੀਰ ਹੈ ਉਹ ਬਹੁਤ ਹੀ ਸੁੰਦਰ ਦੇਹ ਨੂੰ ਪ੍ਰਾਪਤ ਹੋਇਆ ਹੈ ਇਸ ਪਿਸਾਚਨੀ ਨੂੰ। ਸੋ ਛਿਨਕੇ ਬਿਖੇ ਭਵ ਸਿੰਧ ਤਰੀ, ਕਿਉਂਕਿ ਆਪ ਭਰਪੂਰਨ ਪਾਰ ਬ੍ਰਹਮ ਪਰਮੇਸ਼ਰ ਨੇ ਇਹ ਰੂਪ ਲਿਆ ਤੇ ਇਸ ਪਿਸਾਚਨੀ ਦਾ ਵਧ ਕੀਤਾ। ਸੋ ਜਿਹਦੇ ਹੱਥੋਂ ਕੋਈ ਵੀ ਇਹੋ ਜਿਹਾ ਮਨੁੱਸ਼ਯ ਮਾਰਿਆ ਜਾਂਦਾ ਹੈ ਜਾਂ ਰਾਖਸ਼ਸ ਮਾਰੇ ਜਾਂਦੇ ਨੇ, ਅਕਾਲ ਪੁਰਖ ਦੇ ਹੱਥੋਂ ਮਾਰਿਆ ਜਾਂਦਾ ਹੈ, ਸੋ ਜ਼ਰੂਰ ਉਹ ਇੱਕ ਦੇਵ ਸਰੀਰ ਨੂੰ ਪਾਉਂਦੇ ਨੇ। ਸੋ ਇਹਨੇ ਆਪਣਾ ਪੁਰਾਣਾ ਸਰੀਰ ਜੋ ਪਿਸਾਚਨੀ ਦਾ ਸੀ ਉਹਨੂੰ ਤਿਆਗ ਕਰਕੇ ਇਹਨੇ ਬਹੁਤ ਸੁੰਦਰ ਅਪਸਰਾ ਵਰਗਾ ਜਿਹੜਾ ਸਰੂਪ ਬਣਾ ਕਰਕੇ
ਇਹ ਦੇਵ ਲੋਕ ਦੇ ਵਿੱਚ ਗਈ ਹੈ। ਦੋਹਰਾ ਤਾਹੀ ਦਿਨ ਨਿਰਖਿਓ ਸਭ ਬਰਨ ਬਿਰੰਚ ਸੁਰੇਸ਼। ਉਸ ਦਿਨ ਨੂੰ ਚੇਤੇ ਕਰਦੇ ਨੇ ਵਰਨ ਦੇਵਤਾ ਵਰਗੇ ਦੇਵਤੇ, ਬਿਰੰਚ ਭਾਵ ਬ੍ਰਹਮਾ ਜੀ, ਸੁਰੇਸ਼ ਭਾਵ ਇੰਦਰ ਜੀ। ਮਨ ਹਰਖੇ ਬਿਲਖੇ ਬਹੁਰ ਫਣੀ ਕੁਬੇਰ ਮਹੇਸ਼। ਤੇ ਇਹ ਸਾਰੀ ਕਥਾ ਨੂੰ ਸੁਣਦੇ ਹੋਏ, ਦੇਖਦੇ ਹੋਏ ਬਹੁਤ ਖੁਸ਼ ਹੁੰਦੇ ਨੇ ਸ਼ੇਸ਼ਨਾਗ ਜੀ, ਕੁਬੇਰ ਜੀ ਤੇ ਸ਼ਿਵ ਜੀ। ਦੋਹਰਾ ਇਹ ਬਿਦ ਮੁਕਤ ਪਿਸਾਚਨੀ ਕਰੀ ਰਾਮ ਬਲਵੰਡ। ਇਸ ਤਰੀਕੇ ਨਾਲ ਪਿਸਾਚਨੀ ਦਾ ਵਧ ਕਰਕੇ ਉਹਨੂੰ ਪਿਸਾਚਨੀ ਦੇ ਜੂਮ ਤੋਂ ਮੁਕਤ ਕੀਤਾ ਹੈ ਰਾਮ ਜੀ, ਜਿਹੜੇ ਵੱਡੇ ਸੂਰਮੇ ਨੇ। ਜੋ ਪਾਵਸ ਫਟ ਘਟਾ ਰਵ ਪ੍ਰਗਟ ਕਿਰਨ ਪ੍ਰਚੰਡ। ਜਿਵੇਂ ਆਕਾਸ਼ ਦੇ ਵਿੱਚ ਇੱਕਦਮ ਹੀ ਬੱਦਲ ਆਕਾਸ਼ ਦੇ ਵਿੱਚ ਘਟ ਜਾਣ ਤੇ ਜਿਹੜਾ ਸੂਰਜ ਦਾ ਕਿਰਨ ਪ੍ਰਗਟ ਹੋ ਜਾਂਦਾ ਹੈ ਤੇ ਬਹੁਤ ਪ੍ਰਚੰਡ ਰੂਪ ਦੇ ਵਿੱਚ ਪ੍ਰਗਟ ਹੁੰਦਾ ਹੈ। ਇਵੇਂ ਇਸ ਪਿਸਾਚਨੀ ਦਾ ਪਿਛਲਾ ਸਰੀਰ ਛੱਡਿਆ ਗਿਆ ਤੇ ਇਹਨੇ ਨਵੇਂ ਸਰੀਰ ਨੂੰ, ਦੇਵ ਸਰੀਰ ਨੂੰ ਇਹਨੇ ਪਾਇਆ ਹੈ ਤੇ ਇਹਦੀ ਗਤੀ ਹੋਈ ਹੈ। ਇਤ ਤਾਰ ਕਹਿ ਬਧ ਹੈ ਸੋਰਠਾ ਚਲੇ ਚਮਕ ਦੋ ਵੀਰ ਪਰ ਪਾਇਨ ਕੁਲ ਪੂਜ ਕੇ। ਸੋ ਰਾਮ ਜੀ ਤੇ ਲਕਸ਼ਮਣ ਦੀ ਦੋਨੋਂ ਜਿਹੜੇ ਵੱਡੇ ਸੂਰਮੇ ਨੇ, ਵਿਸ਼ਵਮਿੱਤਰ ਜੀ ਦੇ ਚਰਨ ਕਮਲ ਦੇ ਉੱਤੇ ਮੱਥਾ ਟੇਕ ਕਰਕੇ, ਉਹਨਾਂ ਤੋਂ ਆਗਿਆ ਲੈ ਕਰਕੇ, ਉਹਨਾਂ ਤੋਂ ਵਰ ਲੈ ਕਰਕੇ, ਸਿੱਖਿਆ ਲੈ ਕਰਕੇ ਅੱਗੇ ਚੱਲਦੇ ਨੇ। ਤਰੇ ਤਨੁਖ ਮੁਖ ਤੀਰ ਤਬਹਿ ਹਨੋ ਰਿਖ ਰਾਜ ਕਹਿ। ਵਿਸ਼ਵਮਿੱਤਰ ਜੀ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਹੈ ਕਿ ਰਾਮ ਜੀ ਤੇ ਲਕਸ਼ਮਣ ਜੀ, ਤੁਸੀਂ ਹੁਣ ਤਨੁਖ ਦੇ ਵੱਡੇ ਸੂਰਮੇ ਹੋਵੋਗੇ। ਆਪ ਜੀ ਕੋਲੋਂ ਇਹੋ ਜਿਹੀ ਸ਼ਕਤੀਆਂ ਹੋਣਗੀ ਕਿ ਆਪ ਜੀ ਦਾ ਕਦੇ ਵੀ ਤੀਰ ਦਾ ਵਾਰ ਖਾਲੀ ਨਹੀਂ ਜਾਵੇਗਾ। ਸਵਈਆ ਦੇਖ ਤਪੋ ਧਨ ਕੋ ਬਨ ਸ੍ਰੀ ਰਘੁਬੀਰ ਸੋ ਬੀਰ ਬੜੇ ਸੁਖ ਪਾਇਓ। ਸੋ ਅੱਗੇ ਜਾ ਕਰਕੇ ਜਦ ਇਹ ਪਹੁੰਚਦੇ ਨੇ, ਤਪੋਬਨ ਦੇ ਵਿੱਚ ਪ੍ਰਵੇਸ਼ ਕਰਦੇ ਨੇ ਰਾਮ ਜੀ, ਲਕਸ਼ਮਣ ਜੀ, ਵਿਸ਼ਵਮਿੱਤਰ ਜੀ ਦੇ ਨਾਲ, ਤੇ ਰਾਮ ਜੀ ਬੜੇ ਖੁਸ਼ ਹੁੰਦੇ ਨੇ ਇਸ ਤਪੋਬਨ ਨੂੰ ਦੇਖ ਕਰਕੇ, ਜਿੱਥੇ ਰਿਸ਼ੀ ਮੁਨੀ ਬੈਠ ਕਰਕੇ ਉਸ ਪ੍ਰਭੂ ਦੀ ਯਾਦ ਦੇ ਵਿੱਚ ਬੈਠਦੇ ਨੇ। ਤਾਲ ਤਮਾਲ ਵਿਸਾਲ ਕੰਧ ਬੰਦ ਕੰਜ ਸਰੋਵਰ ਭੌਰ ਲੁਬਾਇਓ। ਸੋ ਦੇਖਦੇ ਨੇ ਕਿ ਕਿਵੇਂ ਬਹੁਤ ਸੋਹਣਾ ਸਰੋਵਰ ਹੈ ਤੇ ਉਸ ਸਰੋਵਰ ਦੇ ਵਿੱਚ ਬਹੁਤ ਸੋਹਣੇ ਕਮਲ ਦੇ ਫੁੱਲ ਵੀ ਪ੍ਰਗਟ ਨੇ, ਬਹੁਤ ਸੋਹਣੇ ਸੋਹਣੇ ਦਰਖਤ ਨੇ, ਫਲਦਾਇਕ ਦਰਖਤ ਨੇ। ਸਰੋਵਰ ਭੌਰ ਲੁਬਾਇਓ, ਉਸ ਫੁੱਲਾਂ ਦੇ ਜਿਹੜੇ ਫੁੱਲ ਸਰੋਵਰ ਦੇ ਨਾਲ ਨਾਲ ਨੇ, ਉੱਥੇ ਭੌਰੇ ਵੀ ਆਉਂਦੇ ਨੇ। ਕੋਕਲ ਕੀਰ ਕਪੋਤ ਸਿੱਖੀ ਧੁਨ, ਜਿਹੜੇ ਕੋਇਲ ਨੇ ਉਸ ਕੰਧ ਤੇ ਬੰਦ ਦੇ ਵਿੱਚ, ਭਾਵ ਦਰਖਤਾਂ ਦੇ ਉੱਤੇ ਬੈਠ ਕਰਕੇ ਬਹੁਤ ਸੋਹਣਾ ਬੋਲ ਬੋਲਦੇ ਨੇ। ਜਾਣੋ ਕਿ ਉਹ ਕੋਈ ਆਸ਼ਿਕ ਆਪਣੇ ਪ੍ਰੇਮੀ ਨੂੰ ਪੁਕਾਰਦਾ ਹੋਵੇ, ਕੋਈ ਭਗਤ ਈਸ਼ਵਰ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਕੀਰਤਨ ਕਰਦਾ ਹੋਵੇ। ਇਵੇਂ ਉੱਥੇ ਕੋਇਲ ਬੋਲਦੇ ਨੇ। ਹੰਸ ਚਕੋਰਨ ਯੋ ਦਰਸਾਇਓ, ਤੇ ਉੱਥੇ ਹੰਸ ਵੀ ਨੇ, ਭਾਵ ਜਿਹੜੇ ਰਿਸ਼ੀ ਰੂਪ, ਜਿਹੜੇ ਹੰਸ ਰੂਪ ਨੇ, ਉਹ ਭਗਤੀ ਰੂਪ ਦੇ ਵਿੱਚ ਜਦ ਰੰਗੇ ਹੁੰਦੇ ਨੇ ਤਾਂ ਉਹ ਹੰਸ ਸਮਾਨ ਦਿਸਦੇ ਨੇ। ਤੇ ਬਹੁਤ ਹੀ ਉੱਥੇ ਵਾਤਾਵਰਨ ਇਹੋ ਜਿਹਾ ਬਣਿਆ ਹੋਇਆ ਕਿ ਆਪ ਜਾਂਦੇ ਹੀ ਮੋਹ ਦੇ ਵਿੱਚ ਆ ਕਰਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਨੇ। ਮਨ ਹੋ ਲੈ ਰਿਖੇ ਰਾਜ ਬਸੰਤ ਹੈ ਰਾਜ, ਮਨ ਹੋ ਲੈ ਰਿਖੇ ਰਾਜ ਬਸੰਤ ਹੈ ਰਾਮ ਕੀ ਦੇਹ ਮੋ ਕਾਮ ਮਿਲਾਇਓ। ਜਿਵੇਂ ਵਿਸ਼ਵਮਿੱਤਰ ਜੀ ਮਹਾਰਾਜ ਨੇ ਉੱਥੇ ਇੱਕ ਬਸੰਤ ਦੀ ਰੁੱਤ ਬਣਾਈ ਹੋਵੇ ਤੇ ਬਹੁਤ ਹੀ ਮਨ ਨੂੰ ਮੋਹ ਲੈਣ ਵਾਲੀ ਰੁੱਤ ਹੋਵੇ, ਜਿਸ ਰੁੱਤ ਨੂੰ ਦੇਖ ਕਰਕੇ ਰਾਮ ਜੀ ਦੇ ਦੇਹ ਦੇ ਵਿੱਚ ਵੀ ਕਾਮਨਾ ਇਹੋ ਜਿਹੀ ਪ੍ਰਗਟ ਹੋ ਗਈ ਕਿ ਇਹ ਬਨ ਬਹੁਤ ਹੀ ਸੋਹਣਾ ਹੈ ਤੇ ਬਹੁਤ ਹੀ ਇੱਥੇ ਜੋ ਸ਼ਕਤੀ ਹੈ ਭਗਤੀ ਦੀ ਉਹ ਪ੍ਰਗਟ ਹੈ। ਸੋਈਆ ਜਗ ਰਚਿਓ ਯਹ ਜਾਨ ਬਿਰੰਚ ਸੁਬਾਹੂ ਮਰੀਚ ਸੋ ਮੀਚ ਜੋ ਪੇਲੇ। ਕਹਿੰਦੇ ਨੇ ਕਿ
ਬਿਰੰਚ ਭਾਵ ਬ੍ਰਹਮਾ ਜੀ ਨੇ ਜਾਣੋ ਕਿ ਇਹ ਸ੍ਰਿਸ਼ਟੀ ਦੀ ਰਚਨਾ ਇਸ ਕਰਕੇ ਕੀਤੀ ਕਿ ਇੱਥੇ ਕਦੇ ਰਾਮ ਜੀ ਆਉਣਗੇ, ਅਕਾਲ ਪੁਰਖ ਮਹਾਰਾਜ ਰਾਮਚੰਦਰ ਜੀ ਦਾ ਅਵਤਾਰ ਲੈ ਕਰਕੇ ਆਉਣਗੇ। ਸੋ ਇਹ ਰਾਖਸ਼ਾਂ ਦਾ ਵੱਧ ਕਰਨ ਲਈ ਇਹ ਸੰਸਾਰ ਦੇ ਵਿੱਚ ਬ੍ਰਹਮਾ ਜੀ ਦੀ ਉਤਪੱਤੀ ਹੋਈ ਹੈ ਕਿ ਬ੍ਰਹਮਾ ਜੀ ਆਉਣਗੇ ਅਤੇ ਉਹਨਾਂ ਨੇ ਸੰਸਾਰ ਦੀ ਰਚਨਾ ਕਰਨੀ ਹੈ। ਕਿਸ ਖਾਤਰ? ਕਿ ਪ੍ਰਭੂ ਪਰਮੇਸ਼ਰ ਦੀ ਜੋਤ ਰਾਮ ਜੀ ਮਹਾਰਾਜ ਦੇ ਵਿੱਚ ਆਵੇਗੀ ਅਤੇ ਫਿਰ ਰਾਖਸ਼ਾਂ ਦਾ ਵੱਧ ਕਰੇਗੀ। ਯੋ ਗਰਜੇ ਫਟ ਭੂਮ ਗਈ, ਸਭ ਕਾਂਪ ਉਠੇ ਬਿਨ ਰਾਮ ਅਕੇਲੇ। ਇਹੋ ਸਭ ਗੱਲਾਂ ਕਰਦੇ ਹੋਏ, ਦੇਖਦੇ ਹੋਏ, ਜਦ ਸੁਬਾਹੂ ਅਤੇ ਮਰੀਚ ਨੂੰ ਪਤਾ ਲੱਗਿਆ ਕਿ ਸਾਡੀ ਜਿਹੜੀ ਮਾਤਾ ਹੈ ਤਾੜਕਾ, ਉਹਦਾ ਵੱਧ ਹੋਇਆ ਹੈ, ਅਤੇ ਇਹ ਬਹੁਤ ਕ੍ਰੋਧ ਦੇ ਵਿੱਚ ਉਹ ਆ ਕਰਕੇ ਇਹਨਾਂ ਨੇ ਜੰਗ ਕਰਨਾ ਸ਼ੁਰੂ ਕੀਤਾ ਹੈ ਰਾਮ ਜੀ ਅਤੇ ਲਕਸ਼ਮਣ ਜੀ ਨਾਲ। ਅਤੇ ਬੜੇ ਗਰਜ ਕਰਕੇ ਇਹ ਸੂਰਮੇ ਜੰਗ ਮੈਦਾਨ ਦੇ ਵਿੱਚ ਸ਼ਾਮਿਲ ਹੋਏ ਨੇ। ਸਭ ਕਾਂਪ ਉਠੇ ਬਿਨ ਰਾਮ ਅਕੇਲੇ। ਜਿੰਨੇ ਵੀ ਰਿਸ਼ੀ ਸੀ ਉਹ ਇਹ ਗੱਲ ਦੇਖ ਕਰਕੇ ਬੜੇ ਕਾਂਪ ਉੱਠੇ ਨੇ ਕਿ ਬਹੁਤ ਵੱਡੇ ਯੋਧੇ ਸੁਬਾਹੂ ਅਤੇ ਮਰੀਚ ਆ ਗਏ ਨੇ। ਬਿਨ ਰਾਮ ਅਕੇਲੇ, ਰਾਮ ਜੀ ਬਿਲਕੁਲ ਵੀ ਚਲਾਇਮਾਨ ਨਹੀਂ ਹੋਏ। ਇਹਨਾਂ ਦੇ ਮਨ ਨੇ ਹਮੇਸ਼ਾ ਹੀ ਠੰਡਕ ਧਾਰਿਆ ਹੋਇਆ ਸੀ ਅਤੇ ਇਹਨਾਂ ਨੇ ਉਸ ਅਵਸਥਾ ਦੇ ਵਿੱਚ ਆਪਣੇ ਬਾਣ ਨੂੰ ਤਿਆਰ ਕੀਤਾ, ਕਮਾਨ ਨੂੰ ਤਿਆਰ ਕੀਤਾ। ਤਾਏ ਗਏ ਰਘੁਬੀਰ ਦਊ। ਇਹ ਭੱਜ ਕਰਕੇ ਰਾਮ ਜੀ ਕੋਲ ਗਏ ਨੇ ਸੁਬਾਹੂ ਅਤੇ ਮਰੀਚ। ਇੱਕ ਭੱਜ ਗਏ, ਇੱਕ ਜੀ ਪਰ ਖੇਲੇ। ਇੱਕ ਭੱਜ ਕਰਕੇ ਜਾਂਦਾ ਹੈ, ਇੱਕ ਉੜਦਾ ਹੋਇਆ ਜਾਂਦਾ ਹੈ। ਮਨ ਹੋ ਪੌਣ ਪ੍ਰਚੰਡ ਬਲੀ, ਕਦਲੀ ਬਨ ਸੇ ਧਰਤੀ ਪਰ ਮਿਲੇ। ਇਸ ਤਰੀਕੇ ਨਾਲ ਭੱਜ ਕਰਕੇ ਗਏ ਨੇ ਜਿਵੇਂ ਇੱਕ ਮ੍ਰਿਗ ਛਾਲ ਮਾਰਦਾ ਹੋਇਆ ਜਾਂਦਾ ਹੈ ਅਤੇ ਪੌਣ ਦੇ ਗਤੀ ਦੇ ਵਿੱਚੋਂ ਵੀ ਉਹ ਅੱਗੇ ਚੱਲ ਜਾਂਦਾ ਹੈ। ਇਵੇਂ ਇਹ ਸੁਬਾਹੂ ਅਤੇ ਮਰੀਚ ਰਾਮ ਜੀ ਦੇ ਕੋਲ ਭੱਜਦੇ ਹੋਏ ਜਾਂਦੇ ਨੇ। ਸਵਈਆ। ਪੂਰਨ ਜਗ ਕੀਓ ਪਰ ਪੂਰਨ ਬ੍ਰਹਮ, ਪੂਰਨ ਜਗ ਕੀਓ ਪਰ ਪੂਰਨ ਬ੍ਰਹਮ, ਜਹਾਂ ਨਾ ਤਹਾਂ ਦੋ ਚਿਤਾਈ। ਸੋ ਜਦ ਇਹ ਭੱਜ ਕਰਕੇ ਜਾਂਦੇ ਨੇ ਸੁਬਾਹੂ ਅਤੇ ਮਰੀਚ, ਰਾਮ ਜੀ ਬਾਣ ਛੱਡਦੇ ਨੇ ਅਤੇ ਇਹਨਾਂ ਦਾ ਵੱਧ ਕਰਦੇ ਆ ਅਤੇ ਕਹਿੰਦੇ ਨੇ ਸਵਈਆ ਪਰਪੂਰਨ ਜਿਹੜਾ ਬ੍ਰਹਮ ਹੈ, ਪਰਪੂਰਨ ਪਰਮਾਤਮਾ ਜੋ ਹੈ, ਉਹਨੇ ਜਗ ਦੀ ਸੰਪੂਰਨਤਾ ਦੇ ਲਈ ਕੋਈ ਅਵਤਾਰ ਧਾਰਿਆ ਹੈ ਅਤੇ ਉਹ ਰਾਮਚੰਦਰ ਮਹਾਰਾਜ ਦਾ ਧਾਰਿਆ ਹੈ। ਇਸ ਅਵਤਾਰ ਦੇ ਵਿੱਚ ਆ ਕਰਕੇ ਰਿਸ਼ੀ ਮੁਨੀਆਂ ਦਾ, ਭਗਤਾਂ ਦੀ ਰੱਖਿਆ ਕੀਤੀ ਹੈ, ਧਰਮ ਦੀ ਰੱਖਿਆ ਕੀਤੀ ਹੈ। ਕਹਿੰਦੇ ਨੇ ਕਿ ਜਹਾਂ ਨ ਤਹਾਂ ਦੋ ਚਿਤਾਈ। ਇਸ ਦੇ ਵਿੱਚ ਦੋ ਚਿੱਤ ਕਦੇ ਨਾ ਰੱਖਿਓ ਕਿ ਰਾਮਚੰਦਰ ਜੀ ਮਹਾਰਾਜ ਕੋਈ ਹੋਰ ਸੀ। ਨਹੀਂ, ਉਹ ਅਕਾਲ ਪੁਰਖ ਦੀ ਜੋਤ ਆਪ ਸੀਗੀ। ਨਾਮ ਲੀਏ ਅਗ ਬ੍ਰਿੰਦ ਟਰੇ, ਪੁਨ ਆਪਨ ਬਾਨ ਕਮਾਨ ਚੜਾਈ। ਜਿਨ੍ਹਾਂ ਦੇ ਨਾਮ ਲੈਣ ਦੇ ਨਾਲ ਹੀ ਅਗ ਓਗ ਟਰ ਜਾਂਦੇ ਨੇ, ਪਾਪ ਕੱਟ ਜਾਂਦੇ ਨੇ। ਉਸ ਅਵਤਾਰ ਨੇ, ਉਸ ਪ੍ਰਭੂ ਦੀ ਜੋਤ ਨੇ ਅਵਤਾਰ ਧਾਰਿਆ ਹੈ। ਕਾਹਦੇ ਲਈ? ਸੰਤਾਂ ਦੀ ਰੱਖਿਆ ਕਰਨ ਲਈ, ਨਾਮ ਦਾ ਮਹਾਤਮ ਪ੍ਰਗਟ ਕਰਨ ਲਈ, ਧਰਮ ਦੇ ਵਿੱਚ ਵਾਧਾ ਕਰਨ ਲਈ ਇਹ ਅਵਤਾਰ ਹੋਇਆ। ਤਾ ਦਿਨ ਤੇ ਸੁਨ ਰਾਵਨ ਕੋ ਵਿਦ, ਬਾਵਨ ਜਿਉ ਰੁਚ ਮੀਚ ਵਡਾਈ। ਉਸ ਦਿਨ ਤੋਂ ਰਾਵਣ ਦੇ ਕੰਨਾਂ ਦੇ ਵਿੱਚ ਇਹ ਗੱਲ ਹੋਊਗੀ ਪ੍ਰਗਟ ਕਿ ਬਿਦ ਭਾਵ ਬ੍ਰਹਮਾ ਜੀ ਨੇ ਇਹੋ ਜਿਹੀ ਰਚਨਾ ਰਚੀ ਕਿ ਉਸ ਰਚਨਾ ਦੀ ਖੇਲ ਦੇ ਵਿੱਚ ਹੁਣ ਰਾਮਚੰਦਰ ਜੀ ਦਾ ਤ੍ਰੇਤੇ ਯੁੱਗ ਦੇ ਵਿੱਚ ਅਵਤਾਰ ਹੋਇਆ ਹੈ। ਬਾਵਨ ਜਿਉਂ ਰੁਚ ਮੀਚ ਵਡਾਈ। ਅਤੇ ਉਸ ਬਿਦ ਨੇ, ਬ੍ਰਹਮਾ ਨੇ ਇਹੋ ਜਿਹੀ ਕਹਾਣੀ ਲਿਖੀ ਹੈ ਕਿ ਮੇਰੀ ਮੌਤ ਹੁਣ ਮੇਰੇ ਕੋਲ ਭੱਜਦੇ ਹੋਏ ਆ ਰਹੀ ਹੈ। ਰਾਵਣ ਨੂੰ ਇਸ ਤਰੀਕੇ ਨਾਲ ਪ੍ਰਤੀਤ ਹੋਇਆ ਹੈ। ਦੇਵਨ ਜਾਇ ਕਹਿਓ ਸੁਰ ਰਾਜ ਹੈ, ਰਾਮ ਭਏ ਜਗ ਲੇਹੋ ਵਧਾਈ। ਦੇਵਤੇ ਸਾਰੇ ਦੇਵਲੋਕ ਦੇ ਮੰਡਲ ਦੇ ਵਿੱਚ ਦੇਖਦੇ ਹੋਏ ਬੜੇ ਖੁਸ਼ ਹੋਏ ਨੇ ਅਤੇ ਦੇਵਤਿਆਂ ਦੇ ਰਾਜੇ ਦੇ ਕੋਲ ਭੱਜਦੇ ਹੋਏ ਜਾਂਦੇ ਨੇ ਕਿ ਆਪ ਜੀ ਨੂੰ ਵਧਾਈ ਹੋਵੇ ਜੀ, ਰਾਮਚੰਦਰ ਜੀ ਦਾ, ਮਹਾਰਾਜ ਦਾ ਤ੍ਰੇਤੇ ਯੁੱਗ ਦੇ ਵਿੱਚ ਅਵਤਾਰ ਪ੍ਰਗਟ ਹੋ ਚੁੱਕਿਆ ਹੈ, ਜਿਹਦੇ ਕਰਕੇ ਹੁਣ ਧਰਮ ਦੇ ਵਿੱਚ ਵਾਧਾ ਹੋਵੇਗਾ, ਦੁਸ਼ਟਾਂ ਦਾ ਨਾਸ਼ ਹੋਵੇਗਾ।
ਇਤ ਸੁਬਾਹੁ ਮਰੀਚ ਬਦਹਿ ਜਗ ਸੰਪੂਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।